ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰ ਰਹੇ ਹਾਂ। ਅੱਜ ਦਾ ਜੋ ਵਚਨ ਹੈ, ਜਿਸ ਦੀ ਵਿਚਾਰ ਆਪਾਂ ਗੁਰ ਕਿਰਪਾ ਦੁਆਰਾ ਕਰਾਂਗੇ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੀ। ਇਸ ਬਚਨ ਦੇ ਰਾਹੀਂ ਹੈ ਮੇਰੇ ਮਨਾ, ਗੁਰਬਾਣੀ ਸੋਝੀ ਬਖਸ਼ਦੀ ਹੈ ਕਿ ਇੱਕ ਜੋਗ ਮੱਤ ਹੋਈ ਹੈ, ਜਿਸ ਨੂੰ ਸਿੱਧ ਆਖਦੇ ਨੇ ਜਾਂ ਜੋਗੀ ਆਖਿਆ ਜਾਂਦਾ ਹੈ। ਉਸ ਮੱਤ ਦੀ ਇੱਕ ਬੜੀ ਵੱਡੀ ਧਾਰਨਾ ਸੀ ਜੋ ਬਾਹਰ ਸਰੀਰ ਦਿੰਦਾ ਇਸ ਦੇ ਪ੍ਰਤੀ। ਉਹ ਸਮਾਧੀਆਂ ਲਾਉਂਦੇ ਸੀ, ਸਵਾਸ ਨੂੰ ਰੋਕ ਕੇ ਰੱਖਦੇ ਸੀ, ਤੇ ਅੱਜ ਵੀ ਹਨ। ਉਹਨਾਂ ਦੀ ਇੱਕ ਧਾਰਨਾ ਹੈ ਕਿ ਸਵਾਸ ਨੂੰ ਰੋਕਣ ਦੇ ਨਾਲ ਉਮਰ ਵੱਧ ਜਾਂਦੀ ਹੈ। ਫਿਰ ਬਹੁਤ ਹੀ ਉਹਨਾਂ ਪ੍ਰਤੀ ਕਥਾ ਕਹਾਣੀਆਂ ਵੀ ਨੇ, ਕਾਫੀ ਸਮੇਂ ਤੋਂ ਪ੍ਰਚਲਿਤ ਨੇ, ਜੋ ਅੱਜ ਵੀ ਚੱਲ ਰਹੀਆਂ ਨੇ। ਪਾਤਸ਼ਾਹ ਨੇ ਉਹਨਾਂ ਨੂੰ ਆ ਕੇ ਇਸ ਗੱਲ ਤੋਂ ਵਰਜੇ, ਤੇ ਪਾਤਸ਼ਾਹ ਨੇ ਫਿਰ ਬਚਨ ਆਖਿਆ ਉਹਨਾਂ ਦੇ ਪ੍ਰਤੀ, ਤੇ ਸਾਨੂੰ ਸਮਤ ਦਿੱਤੀ ਹੈ ਕਿ ਤੁਸੀਂ ਇਸ ਮਾਰਗ ਤੇ ਨਹੀਂ ਜਾਣਾ, ਕਿ ਜਿਹੜਾ ਬਾਹਰਲਾ ਸਰੀਰ ਹੈ ਇਹ ਕੱਪੜਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇਹਨੂੰ ਸਰੀਰ ਨਾ ਮੰਨਿਓ। ਸਰੀਰ ਹੈ ਆਤਮਾ, ਆਤਮਾ ਨੇ ਇਹ ਕੱਪੜਾ ਪਹਿਰਿਆ ਹੋਇਆ। ਪਰਮਾਰਥ ਦੇ ਰਸਤੇ ਤੇ ਚੱਲਣ ਵਾਸਤੇ ਇਹ ਮੇਰੇ ਮਨਾ ਤੈਨੂੰ ਇਸ ਗੱਲ ਦੀ ਸੋਝੀ ਹੋਣੀ ਬਹੁਤ ਜ਼ਰੂਰੀ ਹੈ ਕਿ ਜਿਹੜਾ ਕੱਪੜਾ ਹੈ ਇਹ ਸਦਾ ਨਹੀਂ ਰਹਿੰਦਾ, ਜਿਹੜਾ ਸਰੀਰ ਹੈ, ਜੋਤ ਹੈ, ਉਹ ਸਦਾ ਰਹਿੰਦੀ ਹੈ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਪਾਤਸ਼ਾਹ ਕਹਿੰਦੇ ਵੀ ਚਲੋ ਤੁਹਾਡੀ ਅਸੀਂ ਗੱਲ ਨੂੰ ਮੰਨ ਲੈਂਦੇ ਵੀ ਜੇ ਚਾਰ ਯੁੱਗ ਦੀ ਵੀ ਆਰਜਾ ਹੋਵੇ, ਜਿਹੜੇ ਇੱਥੇ ਚਾਰ ਯੁੱਗ ਬਾਹਰ ਸਨਾਤਨ ਮਤ ਨੇ ਪ੍ਰਚਲਿਤ ਕੀਤੇ, ਤੇ ਹੋਰ ਦਸੂਣੀ ਹੋਏ ਚਾਰ ਨਾਲੋਂ ਵੀ 10 ਗੁਣਾ ਜ਼ਿਆਦਾ ਹੋ ਜਾਵੇ। ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ, ਵੀ ਤੁਹਾਨੂੰ 9 ਹੀ ਖੰਡਾਂ ਦੇ ਵਿੱਚ ਕੋਈ ਜਾਣਦਾ ਵੀ ਹੋਵੇ। 9 ਹੀ ਖੰਡ ਨੇ ਧਰਤੀ ਤੇ ਫਿਰ ਜਾਣਦਾ ਹੀ ਨਾ ਹੋਵੇ, ਭਾਵ ਕਿ ਤੁਹਾਡੀ ਗੱਲ ਵੀ ਹਰ ਕੋਈ ਮੰਨਦਾ ਹੋਵੇ। ਜਿਵੇਂ ਮਹਾਦੇਵ ਸ਼ਿਵ ਜੀ ਹੈ, ਜਾਂ ਵਿਸ਼ਨ ਹੈ, ਰਾਮਚੰਦਰ, ਕ੍ਰਿਸ਼ਨ ਇਤਿਆਦਿ, ਇਹਨਾਂ ਦੀ ਇਸ ਸੰਸਾਰ ਦੇ ਅੰਦਰ ਪੂਜਾ ਹੁੰਦੀ ਹੈ, ਤੇ ਪੂਜਾ ਕਰਨ ਵਾਲੇ ਵੀ ਭਰਮ ਵਿੱਚ ਹੀ ਰਹਿੰਦੇ ਨੇ, ਕਿਉਂਕਿ ਜਿਹੜਾ ਇੱਕ ਹੈ ਉਹ ਨਹੀਂ ਬੁੱਝਿਆ। ਪਾਤਸ਼ਾਹ ਕਹਿੰਦੇ ਜੇ ਇੱਕ ਨੂੰ ਬੁੱਝਣਾ ਹੈ ਤਾਂ ਫਿਰ ਜਿਹੜੇ ਅਨੇਕ ਨੇ ਇਹ ਛੱਡਣੇ ਪੈਣਗੇ। ਜਿੰਨਾ ਚਿਰ ਅਨੇਕ ਨੂੰ ਛੱਡਿਆ ਨਹੀਂ ਜਾਂਦਾ, ਉਨਾ ਚਿਰ ਏਕਤਾ ਨਹੀਂ ਹੋ ਸਕਦੀ। ਆਮ ਪ੍ਰਚਲਿਤ ਹੈ ਗੱਲ ਕਿ ਜਿਹੜਾ ਸ਼ਿਵ ਜੀ ਹੈ ਉਹਦੀ ਬੜੀ ਵੱਡੀ ਉਮਰ ਹੈ, ਵਿਸ਼ਨ ਦੀ ਬੜੀ ਵੱਡੀ ਉਮਰ ਹੈ, ਕਈ ਯੁਗਾਂ ਦੀ ਹੈ, ਕਈਆਂ ਨੂੰ ਚਰਨਜੀਵੀ ਵੀ ਕਹਿ ਦਿੰਦੇ। ਸਾਡੇ ਵੀ ਸਿੱਖ ਮਤ 'ਚ ਬੜਾ ਪ੍ਰਚਲਿਤ ਹੈ ਸ਼ਬਦ ਵੀ ਫਲਾਨਾ ਚਰਨਜੀਵੀ ਹੈ, ਵੀ ਉਹ ਸਦਾ ਹੀ ਜਿਉਂਦਾ ਰਹਿੰਦਾ। ਉਹ ਆਤਮਾ ਹੈ, ਉਹ ਫਿਰ ਦੁਬਾਰਾ ਸਰੀਰ ਧਾਰ ਲੈਂਦੀ ਹੈ, ਫਿਰ ਸਰੀਰ ਛੱਡ ਦਿੰਦੀ ਹੈ। ਜਦ ਕਿ ਸਾਰੀ ਇਹ ਫਿਲਾਸਫੀ ਸਨਾਤਨ ਮਤ ਦੀ ਹੈ, ਗੁਰਮਤ ਦੀ ਨਹੀਂ। ਗੁਰਮਤ 'ਚ ਚਰਨਜੀਵੀ ਨਹੀਂ ਹੈ। ਜੇ ਗੁਰਮਤ ਮੰਨਦੀ ਵੀ ਹੈ ਚਰਨਜੀਵੀ, ਤਾਂ ਚਰਨਜੀਵੀ ਹੁੰਦੀ ਹੈ ਆਤਮਾ। ਆਤਮਾ ਸਦਾ ਰਹਿੰਦੀ ਹੈ, ਪਰ ਆਤਮਾ ਨੂੰ ਸਰੀਰ ਧਾਰਨ ਵਾਸਤੇ ਮਾਤਾ ਦੇ ਗਰਭ ਦੀ ਲੋੜ ਰਹਿੰਦੀ ਹੈ। ਮਾਤਾ ਦੇ ਗਰਭ ਤੋਂ ਬਿਨਾਂ ਸਰੀਰ ਨਹੀਂ ਧਾਰ ਸਕਦੀ ਆਤਮਾ। ਗੁਰਬਾਣੀ 'ਚ ਕਿਤੇ ਵੀ ਐਸਾ ਸ਼ਬਦ ਨਹੀਂ ਆਉਂਦਾ
ਰੇ ਨਾਰ ਗਰਭ ਕੁੰਡਲ ਮਹਿ ਆਛਤ, ਉਰਦ ਧਿਆਨ ਲਿਵ ਲਾਗਾ। ਗਰਭ ਕੁੰਡਲ ਚ ਆਉਣਾ ਹੀ ਪੈਂਦਾ ਜੋਤ ਨੂੰ, ਜੇ ਸਰੀਰ ਧਾਰਨਾ ਹੈ। ਤੇ ਜਿੰਨਾ ਚਿਰ ਸਰੀਰ ਜੋਤ ਨਹੀਂ ਧਾਰਦੀ ਜੋਤ, ਉਹ ਉਨਾ ਚਿਰ ਕੱਲੀ ਜੋਤ ਹੀ ਰਹਿੰਦੀ ਹੈ, ਉਹ ਦ੍ਰਿਸ਼ਟਮਾਨ ਨਹੀਂ ਹੋ ਸਕਦੀ। ਸਰੀਰ ਦੇ ਵਿੱਚ ਆ ਕੇ ਹੀ ਸੋਝੀ ਆਉਂਦੀ ਹੈ। ਸੋ ਬੜੀਆਂ ਮਾਨਤਾਵਾਂ ਨੇ, ਅੱਜ ਵੀ ਨੇ, ਵੀ ਫਲਾਨਾ ਸਾਧੂ ਹੈ ਉਹ 400 ਸਾਲ ਤੋਂ ਬੈਠਾ, ਕੋਈ ਕਹਿੰਦਾ 4000 ਤੋਂ ਬੈਠਾ। ਇੱਕ ਉਹ ਸੰਤੋਖ ਰਿਸ਼ੀ ਵਾਲੀ ਕਹਾਣੀ ਬਣਾਈ ਹੋਈ ਹੈ ਕਿ ਜੀ ਉਹ ਫਲਾਨੇ ਯੁੱਗ 'ਚ ਬੈਠਿਆ ਸੀ, ਫਿਰ ਉਹਨੇ ਪੁੱਛਿਆ ਵੀ ਹੁਣ ਕਿਹੜਾ ਯੁੱਗ ਆਇਆ, ਉਹ ਕਹਿੰਦੇ ਜੀ ਫਲਾਨਾ। ਇਤਿਆਦ ਬੜਾ ਕੁਛ ਐਸਾ ਗੁਰਮਤ ਵਿੱਚ ਵੀ ਬਣਿਆ ਹੋਇਆ। ਵੈਸੇ ਤੁਹਾਨੂੰ ਗੁਰਮਤ ਨਹੀਂ ਮੰਨਦੀ ਗੁਰਬਾਣੀ, ਉਹ ਸਨਾਤਨ ਮਤੀ ਹੈ, ਪਰ ਉਹ ਕਥਾ ਕਹਾਣੀਆਂ ਬੜੀਆਂ ਪ੍ਰਚਲਿਤ ਨੇ, ਉਹ ਵੇਖਣ ਨੂੰ ਬੜੀਆਂ ਇੰਟਰਸਟਡ ਨੇ, ਪਰ ਉਹਨਾਂ ਦੇ ਪਿੱਛੇ ਜਿਹੜੀ ਬੈਕਗਰਾਉਂਡ ਆ, ਜਿਹੜੀ ਖੋਜ ਹੈ, ਉਹ ਅਧੂਰੀ ਹੈ। ਜਦੋਂ ਖੋਜ ਪੂਰੀ ਕੀਤੀ ਜਾਂਦੀ ਹੈ, ਫਿਰ ਅਸਲ ਵਿੱਚ ਉਹਨਾਂ ਗੱਲਾਂ ਦੀ ਵੀ ਸਮਝ ਆ ਜਾਂਦੀ ਹੈ ਵੀ ਇਹ ਜਿਹੜੀਆਂ ਕਹਾਣੀਆਂ ਬਣਾਈਆਂ ਕਿਸੇ ਹੋਰ ਕੰਮ ਨੂੰ ਸੀ, ਪਰ ਇਹ ਬਣ ਕਿਸੇ ਹੋਰ ਕੰਮ ਨੂੰ ਗਈਆਂ। ਸੋ ਜਿਹੜੇ 4 ਯੁੱਗ ਨੇ ਸਨਾਤਨ ਮੱਤ ਦੇ, ਉਹ ਹੋਰ ਨੇ, ਤੇ ਜਿਹੜੇ ਗੁਰਮਤ ਦੇ 4 ਯੁੱਗ ਹੈ ਉਹ ਹੋਰ ਨੇ। ਥੋੜ੍ਹੀ ਜਿਹੀ ਕੋਈ ਵਿਚਾਰ ਆਪਾਂ ਇਹਦੀ ਵੀ ਕਰ ਲਈਏ ਯੁੱਗਾਂ ਬਾਰੇ। ਜਿਹੜੀ ਸਨਾਤਨ ਮੱਤ ਦੀ ਫਿਲਾਸਫੀ ਹੈ, ਉਹਦੇ ਵਿੱਚ 4 ਯੁੱਗ ਨੇ, ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਉਹ ਕਹਿੰਦੇ ਆ ਵੀ ਸਤਯੁਗ ਵੀ ਇਸ ਧਰਤੀ ਤੇ ਹੋਇਆ, ਤ੍ਰੇਤਾ ਵੀ, ਦੁਆਪਰ ਵੀ, ਤੇ ਕਲਯੁਗ ਹੁਣ ਚੱਲਦਾ ਹੈ। ਪਰ ਜਿਹੜੀ ਗੁਰਮਤ ਹੈ ਉਹ ਇਹਨਾਂ 4 ਯੁੱਗਾਂ ਨੂੰ ਇਸ ਤਰੀਕੇ ਨਾਲ ਨਹੀਂ ਮੰਨਦੀ। ਹੁਣ ਗੁਰਮਤ ਦੇ ਜਿਹੜੇ 4 ਯੁੱਗ ਨੇ ਉਹ ਕਿਹੜੇ ਆ? ਅੰਗ 1026 ਉੱਪਰ ਪਾਤਸ਼ਾਹ ਕਹਿੰਦੇ ਆ, ਗੁਪਤੇ ਬੂਝਿਓ ਜੁਗ ਚਤੁਆਰੇ, ਘਟ ਘਟ ਵਰਤੈ ਉਦਰ ਮਜਾਰੇ। ਕਹਿੰਦੇ ਇਹ ਤਾਂ ਗੁਪਤ ਨੇ, ਹਾਰੇ ਬੁੱਝਣੇ ਪੈਂਦੇ ਆ। 4 ਯੁੱਗ ਵਰਤਦੇ ਆ, ਪਰ ਇਹ ਗੁਪਤ ਹੈ। ਘਟ ਘਟ ਵਰਤੈ, ਹਰ ਇੱਕ ਘਟ ਦੇ ਅੰਦਰ ਵਰਤਦੀ ਹੈ ਚੀਜ਼। ਉਦਰ ਮਜਾਰੇ, ਇਹ ਤਾਂ ਹਿਰਦੇ ਦੀ ਅਵਸਥਾ ਹੈ, ਬਾਹਰ ਨਹੀਂ ਹੈ। ਬਾਹਰ ਤਾਂ ਇੱਕੋ ਹੀ ਯੁੱਗ ਹੈ, ਆਹੀ ਸੂਰਜ ਹੈ, ਆਹੀ ਚੰਦਰਮਾ ਹੈ। ਜਦੋਂ ਰਾਮਚੰਦਰ ਆਇਆ ਸੀ ਉਦੋਂ ਵੀ ਇਹੀ ਸੂਰਜ ਸੀ, ਇਹੀ ਚੰਦਰਮਾ ਸੀ, ਆਹੀ ਧਰਤੀ ਸੀ, ਇਹੀ ਆਕਾਸ਼ ਸੀਗਾ। ਯੁੱਗ ਫਿਰ ਕਿਵੇਂ ਬਦਲ ਗਿਆ? ਫਿਰ ਜਾਂ ਰਾਮਚੰਦਰ ਜੀ ਤੋਂ ਬਾਅਦ, ਜਾਂ ਸਤਯੁਗ ਜੀ ਨੂੰ ਇੱਥੇ ਧਰਤੀ ਤੇ ਮੰਨਦੇ ਹੋ, ਸਤਯੁਗ ਤੋਂ ਬਾਅਦ ਫਿਰ ਦੁਆਪਰ ਤ੍ਰੇਤਾ ਕਿਵੇਂ ਬਣ ਗਿਆ? ਉਹ ਬੰਦੇ ਫਿਰ ਕਿੱਥੇ ਚਲੇ ਗਏ ਜਿਹੜੇ ਸਤਯੁਗ ਵਿੱਚ ਸੀ? ਤੇ ਜਾਂ ਤ੍ਰੇਤਾ 'ਚ ਰਾਮਚੰਦਰ ਜੀ ਆਏ, ਰਾਮਚੰਦਰ ਤੋਂ ਬਾਅਦ ਜਾਂ ਰਾਮਚੰਦਰ ਜੀ ਵੇਲੇ ਉਹ ਜਿਹੜੇ ਬੰਦੇ ਸੀ ਉਹ ਫਿਰ ਕਿੱਥੇ ਚਲੇ ਗਏ? ਦੁਆਪਰ 'ਚ ਫਿਰ ਕੋਈ ਨਵੇਂ ਆਏ? ਫਿਰ ਦੁਆਪਰ ਵਾਲੇ ਜਿਹੜੇ ਬੰਦੇ ਸੀ ਕ੍ਰਿਸ਼ਨ ਵੇਲੇ, ਉਹ ਫਿਰ ਕਿੱਥੇ ਚਲੇ ਗਏ? ਫਿਰ ਕਲਯੁਗ 'ਚ ਨਵੇਂ ਬੰਦੇ ਪੈਦਾ ਹੋਏ। ਇਹ ਨਵੀਂ ਕੋਈ ਜਨਰੇਸ਼ਨ ਹੈ। ਜਦ ਕਿ ਸਨਾਤਨ ਮੱਤ ਦੇ ਗ੍ਰੰਥਾਂ ਵਿੱਚ ਵੀ ਇਹ ਦਰਜ ਹੈ ਕਿ ਰਾਵਣ ਦੇ ਮਰਨ ਤੋਂ ਬਾਅਦ, ਰਾਮਚੰਦਰ ਦੇ ਸਰੀਰ ਛੱਡਣ ਤੋਂ ਬਾਅਦ, ਰਾਵਣ ਦੀ ਜਿਹੜੀ ਪਰਿਵਾਰਕ ਹੈ ਵੰਸਾਵਲੀ ਉਹ ਰਹਿੰਦੀ ਰਹੀ ਹੈ। ਦਮੋਦਰੀ ਉਹਦੀ ਘਰ ਵਾਲੀ ਬਾਅਦ 'ਚ ਜਿਉਂਦੀ ਰਹੀ ਹੈ। ਭਵੀਖਣ ਨੇ ਫਿਰ ਰਾਜ ਕੀ ਤੇ ਕੀਤਾ? ਉਹ ਕਿਹੜੇ ਯੁੱਗ 'ਚ ਕੀਤਾ? ਕ੍ਰਿਸ਼ਨ ਦੇ ਸਰੀਰ ਛੱਡਣ ਤੋਂ ਬਾਅਦ 'ਚ ਫਿਰ ਕਿਹਨੇ ਰਾਜ ਕੀਤਾ? ਸੋ ਇਤਿਹਾਸ ਬਹੁਤ ਕੁਛ ਐਸਾ ਪਿਆ ਉਹਦੇ ਵਿੱਚ। ਤਾਂ ਹੀ ਗੁਰੂ ਨਾਨਕ ਸਾਹਿਬ ਨੇ, ਗੁਰਬਾਣੀ ਨੇ ਇਹ ਚੀਜ਼ ਨੂੰ ਕੰਡੈਮ ਕੀਤਾ ਵੀ ਸਾਡੇ ਉਹ ਯੁੱਗ ਨਹੀਂ, ਹਾਂ ਤੁਹਾਡੇ ਯੁੱਗ ਹੋਣਗੇ, ਅਸੀਂ ਨਹੀਂ ਮੰਨਦੇ ਉਹਨਾਂ ਯੁੱਗਾਂ ਨੂੰ। ਉਹਨਾਂ ਦੇ ਯੁੱਗਾਂ ਦੀ ਉਹ ਫਿਲਾਸਫੀ ਨੂੰ ਗੁਰੂ ਸਾਹਿਬ ਨੇ ਆਖਿਆ ਵੀ ਜੇ ਯੁੱਗ 4000 ਜਾਂ ਜਿਹੜੇ ਤੁਹਾਡੇ ਯੁੱਗ ਨੇ, ਚਲੋ ਇਹ ਵੀ ਮੰਨ ਲੈਂਦੇ ਵੀ ਐਡੀ ਵੀ ਉਮਰ ਹੋਵੇ, ਫਿਰ 10 ਗੁਣਾ ਹੋਵੇ, ਫਿਰ ਕਿਤੇ ਕੀ ਪ੍ਰਾਪਤੀ ਹੈ? ਗੱਲ ਪ੍ਰਾਪਤੀ ਤੇ ਖੜੀ ਹੈ, ਗੱਲ ਸਰੀਰ ਜਿਹੜਾ ਬਾਹਰਲਾ ਉਹਦੇ ਤੇ ਨਹੀਂ ਖੜੀ। ਬਾਹਰਲਾ ਸਰੀਰ ਤਾਂ ਇੱਕ ਦਿਨ ਜਾਏਗਾ, ਇੱਕ ਦਿਨ ਇਹ ਤਨ ਛੱਡਣਾ ਪੈਣਾ, ਇਹਨੂੰ ਰੋਕ ਨਹੀਂ ਸਕਦਾ ਕੋਈ। ਸੋ ਪਾਤਸ਼ਾਹ ਨੇ
ਇਹ ਮੇਰੇ ਮਨ ਇਹ ਗੱਲ ਦੀ ਸੋਝੀ ਕਰਵਾਈ ਹੈ ਕਿ ਜਿਹੜੀ ਗੁਰਬਾਣੀ ਦੇ ਚਾਰ ਯੁੱਗ ਨੇ ਹੋਰ ਨੇ, ਜਿਹੜੇ ਸਨਾਤਨ ਮਤ ਦੇ ਚਾਰ ਯੁੱਗ ਹੋਰ ਨੇ। ਜਿਵੇਂ ਆਹ ਸਰੀਰ ਛੱਡਣ ਤੋਂ ਬਾਅਦ ਜਦੋਂ ਜੋਤ ਜਾਂਦੀ ਹੈ ਉਹ ਤ੍ਰੇਤੇ 'ਚ ਰਹਿੰਦੀ ਹੈ। ਤ੍ਰੇਤਾ ਯੁੱਗ ਕੀ ਹੈ? ਤ੍ਰੇਤੇ ਦੇ ਅੰਦਰ ਤਰੇੜ ਰਹਿੰਦੀ ਹੈ। ਆਤਮਾ ਤੇ ਪ੍ਰਾਤਮਾ ਦੇ ਵਿਚਾਲੇ ਭਰਮ ਉਵੇਂ ਦਾ ਉਵੇਂ ਰਹਿ ਜਾਂਦਾ ਹੈ। ਜਿਹੜਾ ਭਰਮ ਮਿਟਾਉਣ ਵਾਸਤੇ ਜੋਤ ਇਸ ਭਵ ਸਾਗਰ ਵਿੱਚ ਆਉਂਦੀ ਹੈ ਉਹ ਭਰਮ ਉਵੇਂ ਦਾ ਉਵੇਂ ਲੈ ਕੇ ਚਲੀ ਜਾਂਦੀ ਹੈ। ਜਿਹਨੂੰ ਗੁਰਬਾਣੀ ਕਹਿੰਦੀ ਹੈ ਆਵਹਿ ਝੂਠੈ, ਕਿਉਂਕਿ ਝੂਠ ਤਾਂ ਭਰਮ ਤਾਂ ਸੱਚਖੰਡ 'ਚ ਹੀ ਪੈਦਾ ਹੋਇਆ। ਉਹ ਆਈ ਤਾਂ ਸੀਗੀ ਜੋਤ ਭਰਮ ਨੂੰ ਖਤਮ ਕਰਨ ਵਾਸਤੇ। ਉਹ ਭਰਮ ਖਤਮ ਕਰਨ ਦੀ ਬਜਾਏ ਭਰਮ ਉਵੇਂ ਲੈ ਕੇ ਚਲੀ ਜਾਂਦੀ ਹੈ। ਆਵੈ ਝੂਠੈ ਜਾਏ ਪੇ ਝੂਠੇ, ਝੂਠੇ ਮਰੋ ਅਭਾਗੇ। ਅਭਾਗਾ ਹੀ ਮਰ ਜਾਂਦਾ, ਭਾਗ ਨੂੰ ਖੋਲ ਕੇ ਨਹੀਂ ਜਾਂਦਾ। ਉਹ ਜਿਹੜੀ ਭਰਮ ਦੀ ਲਕੀਰ ਹੈ ਉਹਨੂੰ ਮਿਟਾ ਕੇ ਨਹੀਂ ਜਾਂਦਾ, ਜਿਹੜੀ ਕੂੜ ਦੀ ਪਾਲ ਹੈ ਉਹਨੂੰ ਢਾਹ ਕੇ ਨਹੀਂ ਜਾਂਦਾ, ਉਸੇ ਤਰ੍ਹਾਂ ਹੀ ਚਲੀ ਜਾਂਦੀ ਹੈ ਜੋਤ। ਇਹ ਹੈ ਤ੍ਰੇਤਾ। ਤ੍ਰੇਤੇ ਦੇ ਵਿੱਚ ਹੁੰਦੀ ਹੈ ਤਰੇੜ। ਜਿਵੇਂ ਇੱਕ ਸ਼ੀਸ਼ਾ ਹੈ, ਸ਼ੀਸ਼ਾ ਫਰੇਮ ਕੀਤਾ ਹੋਇਆ, ਤੁਸੀਂ ਸ਼ੀਸ਼ੇ ਨੂੰ ਵਿਚਾਲਿਓਂ ਤੋੜ ਦਿਓ। ਜਦੋਂ ਅਸੀਂ ਸ਼ੀਸ਼ੇ ਨੂੰ ਵਿਚਾਲੇ ਕਰੈਕ ਕਰਾਂਗੇ ਤਾਂ ਤੁਸੀਂ ਕਿਹਨੂੰ ਮਰਜ਼ੀ ਪੁੱਛਿਓ ਵੀ ਸ਼ੀਸ਼ੇ ਦੇ ਕਿੰਨੇ ਹਿੱਸੇ ਹੈ, ਹਰ ਇੱਕ ਸੰਸਾਰੀ ਬੰਦਾ ਦੋ ਹਿੱਸੇ ਕਹੂਗਾ ਵੀ ਇੱਕ ਉੱਪਰਲਾ ਹਿੱਸਾ ਇੱਕ ਥੱਲੇ। ਪਰ ਜਿਹੜੀ ਤਰੇੜ ਆ ਉਹਨੂੰ ਹਿੱਸਾ ਨਹੀਂ ਗਿਣਦਾ। ਜਦ ਕਿ ਉਹਨੂੰ ਸਮਝਾਇਆ ਜਾਵੇ ਵੀ ਜਿਹੜੀ ਤਰੇੜ ਹੈ ਇਹ ਵੀ ਤਾਂ ਇੱਕ ਹਿੱਸਾ ਹੈ। ਜਿੱਥੇ ਤਰੇੜ ਹੈ ਉੱਥੇ ਸ਼ਕਲ ਨਹੀਂ ਦਿੰਦੀ, ਉਹ ਉਹਨੂੰ ਡਿਵਾਈਡ ਕਰ ਦਿੰਦੀ ਹੈ ਲਾਈਨ। ਫਿਰ ਤਿੰਨ ਨਾ ਹੋਏ, ਇੱਕ ਉੱਪਰਲਾ ਹਿੱਸਾ, ਇੱਕ ਵਿਚਾਲਲੀ ਤਰੇੜ, ਇੱਕ ਥੱਲੜਾ ਹਿੱਸਾ। ਇਸੇ ਤਰ੍ਹਾਂ ਹੀ ਤਿੰਨ ਚੀਜ਼ਾਂ ਨੇ, ਤਿੱਥ ਹੈ, ਘੜੀ ਹੈ, ਸੁਰਤ, ਮਤ, ਮਨ। ਇਹ ਤਿੰਨੇ ਚੀਜ਼ਾਂ ਘੜ ਕੇ ਫਿਰ ਇੱਕ ਸ੍ਰੇਸ਼ਟ ਬਣ ਜਾਂਦੀ ਹੈ ਬੁੱਧ। ਜੇ ਉਹ ਲਕੀਰ ਵਿੱਚੋਂ ਮਟੇ ਦੀਏ ਤਾਂ ਫਿਰ ਇੱਕ ਪੂਰੇ ਦਾ ਪੂਰਾ ਸਾਫ਼ ਸ਼ੀਸ਼ਾ। ਇਹ ਤ੍ਰੇਤੇ ਦੇ ਅੰਦਰ ਇਹੀ ਕੁਝ ਹੁੰਦਾ। ਜਿਹੜਾ ਗੁਰਮਤ ਦਾ ਤ੍ਰੇਤਾ, ਜਿਹੜਾ ਨਿਰਾਕਾਰੀ ਤ੍ਰੇਤਾ, ਜਿਹੜਾ ਦਰਗਾਹ ਤੋਂ ਪ੍ਰਵਾਨਿਤ ਤ੍ਰੇਤਾ, ਮੈਂ ਉਹਦੀ ਗੱਲ ਕਰਦਾ। ਜਿਹੜਾ ਸੰਸਾਰ ਵਾਲਾ ਤ੍ਰੇਤਾ ਹੋਰ ਹੈ। ਉਸ ਤ੍ਰੇਤੇ ਦੇ ਅੰਦਰ ਹੀ ਹੁੰਦਾ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਜਦੋਂ ਸੱਚਖੰਡ ਦੇ ਅੰਦਰੋਂ ਜੋਤ, ਜਿਹੜਾ ਰਾਮ ਹੈ ਸਾਡਾ ਮੂਲ ਹੈ, ਉਹਨੂੰ ਬਾਹਰ ਕੱਢਿਆ। ਸੱਤ ਯੁੱਗ ਤੋਂ ਜਦੋਂ ਤ੍ਰੇਤਾ ਬਣਿਆ ਤਾਂ ਤਿੰਨ ਹਿੱਸੇ ਹੋਏ, ਇੱਕ ਤਾਂ ਰਾਮ ਰਹਿ ਗਿਆ। ਰੋਵੈ ਰਾਮ, ਰਾਮ ਰੋ ਰਿਹਾ ਹੈ, ਹੁਣ ਵੀ ਰੋ ਰਿਹਾ। ਪਰ ਸਾਡੇ ਟੀਕਾਕਾਰਾਂ ਨੇ ਜਦੋਂ ਉੱਥੇ ਉਹਦਾ ਅਰਥ ਕੀਤਾ ਉਹ ਕਹਿੰਦੇ ਰਾਮ ਰੋਇਆ ਸੀ। ਉਹਨਾਂ ਨੂੰ ਆਹੀ ਰਾਮ ਦੀਂਦਾ ਜਿਹੜਾ ਧਰਤੀ ਤੇ ਆਇਆ ਹੋਇਆ। ਉਹਨਾਂ ਨੂੰ ਚੇਤਨ ਰਾਮ ਨਹੀਂ ਦੀਂਦਾ ਜਿਹੜਾ ਹਿਰਦੇ 'ਚ ਹੈ। ਜਿਹੜਾ ਬਾਹਰ ਵੀ ਰਾਮਚੰਦਰ ਆਇਆ ਸੀ ਉਹਦੇ ਅੰਦਰ ਵੀ ਰਾਮ ਸੀ। ਸਭੈ ਘਟ ਰਾਮ ਬੋਲੇ। ਪਰ ਸਾਡੇ ਟੀਕਾਕਾਰ ਫਿਰ ਉਹੀ ਅਰਥ ਕਰੀ ਜਾਂਦੇ, ਉਹੀ ਵਿਆਖਿਆ ਕਰੀ ਜਾਂਦੇ, ਜਦ ਕਿ ਗੁਰਬਾਣੀ ਪ੍ਰੈਜੈਂਟ ਕਾਲ ਦੀ ਗੱਲ ਕਰਦੀ ਹੈ, ਵਰਤਮਾਨ ਕਾਲ ਦੀ ਗੱਲ ਕਰਦੀ ਹੈ। ਫਿਰ ਤਾਂ ਉਹਨਾਂ ਦੀ ਫਿਲਾਸਫੀ ਹੋ ਗਈ ਵੀ ਸਾਡੇ ਲਈ ਕੀ ਉਪਦੇਸ਼ ਹੋ ਗਿਆ ਇਹ 'ਚੋਂ। ਗੁਰਬਾਣੀ ਉਪਦੇਸ਼ ਹੈ ਅੱਜ ਵੀ ਜੋਤ ਵਾਸਤੇ। ਰੋਵੈ ਰਾਮ, ਰਾਮ ਰੋ ਰਿਹਾ ਹੈ, ਨਿਕਾਲਾ ਪਿਆ। ਕੀ ਨਿਕਾਲਾ ਪਿਆ? ਸੀਤਾ ਲਖਮਣ। ਦੇਖੋ ਦੋ ਚੀਜ਼ਾਂ ਆ ਗਈਆਂ, ਇੱਕ ਸੀਤਾ ਇੱਕ ਲਖਮਣ। ਸੀਤਾ ਬੁੱਧੀ ਹੈ, ਲਖਮਣ ਮਨ ਹੈ। ਵਿਛੜ ਗਿਆ, ਉਹ ਤੇ ਵਿਛੜੇ ਹੋਏ ਨੇ। ਜਦੋਂ ਮਿਲ ਗਏ ਫਿਰ ਇੱਕ ਹੈ। ਪਰ ਜਿੰਨਾ ਚਿਰ ਵਿਛੜੇ ਹੈ, ਸੀਤਾ ਨੂੰ ਚੱਕ ਕੇ ਕੌਣ ਲੈ ਕੇ ਆ? ਰਾਵਣ। ਰਾਵਣ ਕੀ ਹੈ? ਭਰਮ। ਭਰਮ ਕਰਕੇ ਸਾਡਾ ਰਾਮ ਦੇ ਨਾਲੋਂ ਭੇਦ ਪਿਆ। ਭਰਮ ਦਾ ਪ੍ਰਭਾਵ ਪੈ ਗਿਆ ਸੀਤਾ ਦੇ ਉੱਪਰ, ਬੁੱਧੀ ਦੇ ਉੱਪਰ। ਬੁੱਧੀ ਨੂੰ ਭਰਮ ਖੇਡਦਾ। ਆਪਾਂ ਨੇ ਕਹਿੰਦੇ ਵੀ ਤੇਰੀ ਤਾਂ ਮੱਤ ਮਾਰੀ ਗਈ। ਅੱਖਾਂ ਵੀ ਹੁੰਦੀਆਂ ਨੇ ਫਿਰ ਵੀ ਆਪਾਂ ਕਹਿੰਦੇ ਤੂੰ ਅੰਨਾ, ਤੈਨੂੰ ਦੀਂਦਾ ਨਹੀਂ। ਫਿਰ ਉਹ ਕਿਹੜੀ ਚੀਜ਼ ਜਿਹੜੀ ਅੰਨਾ ਕਹਿੰਦੇ ਆ ਜਿਹਨੂੰ ਅਸੀਂ? ਉਹ ਭਰਮ ਨੂੰ ਹੀ ਕਹਿੰਦੇ। ਉਹ ਭਰਮ ਰੋਕ ਲੈਂਦਾ। ਸੋ ਇਹ ਤ੍ਰੇਤਾ ਹੈ। ਤ੍ਰੇਤਾ ਹੁੰਦਾ ਜਦੋਂ ਜਾਂ ਤਾਂ ਜੋਤ ਜਦੋਂ ਸੱਚਖੰਡ ਚੋਂ ਪਹਿਲੀ ਵਾਰ ਬਾਹਰ ਕੱਢੀ ਉਦੋਂ ਤ੍ਰੇਤਾ ਸੀ, ਜਾਂ ਇੱਥੋਂ ਗਰਭ ਤੋਂ ਬਾਹਰ ਜਦੋਂ ਜੋਤ ਸਰੀਰ ਨੂੰ ਛੱਡ ਕੇ ਜਾਂਦੀ, ਜਿਹੜਾ ਬਾਹਰ ਮਾਇਆ ਦਾ ਸਰੀਰ ਹੈ, ਉਦੋਂ ਇਹ ਤ੍ਰੇਤੇ 'ਚ ਜਾਂਦੀ ਹੈ। ਇਹ ਤ੍ਰੇਤਾ ਹੈ। ਤੇ ਤ੍ਰੇਤੇ ਤੋਂ ਬਾਅਦ ਹੁੰਦਾ ਗਰਭ। ਗਰਭ ਹੁੰਦਾ ਮਾਤਾ ਦਾ ਗਰਭ। ਉਹਦੇ ਵਿੱਚ ਹੈ ਦੁਆਪੁਰ।
ਸੱਚਖੰਡ ਵੱਲੋਂ ਵੀ ਦੂਆਪੁਰ ਹੈ, ਇਧਰੋਂ ਵੀ ਦੂਆਪੁਰ ਹੈ। ਤ੍ਰੇਤੇ ਤੋਂ ਬਾਅਦ ਦੁਆਪਰ ਦੇ ਵਿੱਚ ਜੋਤ ਆਉਂਦੀ ਹੈ। ਦੁਆਪਰ ਦੇ ਅੰਦਰ ਆ ਕੇ ਕੀ ਹੁੰਦਾ ਹੈ? ਫਿਰ ਜਿਹੜੀ ਜੋਤ ਹੈ ਉਹ ਸਰੀਰ ਬਣਾਉਂਦੀ ਹੈ। ਆ ਮਾਇਆ ਦਾ ਰੇ ਨਰ ਗਰਭ ਕੁੰਡਲ ਮੈਂ ਆਛਤ ਆ ਗਿਆ, ਗਰਭ ਕੁੰਡਲ ਦੇ ਅੰਦਰ ਆ ਗਿਆ। ਉਰਦ ਧਿਆਨ ਲਿਵ ਲਾਗਾ। ਫਿਰ ਇਹਦਾ ਉਰਦ ਧਿਆਨ ਹੁੰਦਾ, ਪੁੱਠਾ ਧਿਆਨ ਹੁੰਦਾ, ਉਹਦੇ ਨਾਲ ਲਿਵ ਲਾਉਣੀ ਪੈਂਦੀ, ਕਿਉਂਕਿ ਆ ਸਰੀਰ ਬਣਾਉਣਾ। ਉਰਦ ਧਿਆਨ ਲਿਵ ਲਾ ਕੇ ਸਰੀਰ ਬਣੂਗਾ। ਜਿੱਥੇ ਕਿਤੇ ਜਿਹੜੇ ਬੱਚੇ ਬਾਹਰ ਮਾਤਾ ਦੇ ਗਰਭ ਦੇ ਅੰਦਰ ਅਪੰਗ ਹੋ ਜਾਂਦੇ, ਉੱਥੇ ਜੋਤ ਦਾ ਮਾੜਾ ਮੋਟਾ ਧਿਆਨ ਕਿਤੇ ਟੁੱਟ ਜਾਂਦਾ। ਜਿੰਨੀ ਕੁ ਉਹਦੇ ਧਿਆਨ ਦੇ ਵਿੱਚ ਡਿਸਟਰਬੇਸ਼ਨ ਆਉਂਦੀ ਹੈ, ਉਨਾ ਕੁ ਸਰੀਰ ਤੇ ਵੀ ਇਫੈਕਟ ਪੈਂਦਾ ਹੈ। ਇਸੇ ਤਰ੍ਹਾਂ ਬਾਹਰ ਜਦੋਂ ਸਾਡੇ ਕੋਲ ਬਾਹਰ ਹਿਊਮਨ ਬੋਡੀ ਹੈ, ਸਰੀਰ ਹੁੰਦਾ, ਇਹਦਾ ਵੀ ਜਦੋਂ ਅਸੀਂ ਧਿਆਨ ਨਾ ਦਈਏ ਤਾਂ ਇਹਦੇ ਵਿੱਚ ਵੀ ਇਫੈਕਟ ਪੈ ਜਾਂਦਾ, ਨੁਕਸ ਪੈ ਜਾਂਦਾ। ਇਸੇ ਤਰ੍ਹਾਂ ਉੱਥੇ ਵੀ ਪੈਂਦਾ, ਕਿਉਂਕਿ ਉਰਦ ਧਿਆਨ ਲਿਵ ਲਾਗਾ, ਉੱਥੇ ਪੁੱਠਾ ਧਿਆਨ ਲੱਗਿਆ। ਪੁੱਠਾ ਧਿਆਨ ਕੀ ਹੈ? ਮਾਇਆ ਨਾਲ ਜੁੜਦਾ। ਅਰੇ ਇਹਨੂੰ ਜੁੜਨਾ ਹੀ ਪੈਣਾ, ਉਹ ਇਹਦੇ ਭਲੇ ਵਾਸਤੇ ਹੀ ਜੁੜਨਾ ਪੈਣਾ। ਮਾਤਾ ਦਾ ਗਰਭ ਹੈ ਜਿਹੜਾ, ਉਹ ਹੈ ਦੁਆਪਰ। ਜਿਵੇਂ ਪਾਤਸ਼ਾਹ ਸਵਈਏ ਦੇ ਵਿੱਚ ਵੀ ਕਹਿੰਦੇ ਆ, ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ। ਕਹਿੰਦੇ ਸਤਿਯੁਗ ਤੈ ਮਾਣਿਓ, ਵੀ ਇਹਨੂੰ ਉਪਦੇਸ਼ ਆ ਉਹ ਜੀਵ ਨੂੰ, ਵੀ ਤੂੰ ਸਤਿਯੁਗ ਤੂੰ ਹੀ ਸੀਗਾ, ਤੂੰ ਮਾਣੇ ਹੀ ਸੀ। ਉੱਥੇ ਤੇ ਤੋਂ ਗਲਤੀ ਕੀ ਹੋਈ? ਛਲਿਓ ਬਲ, ਤੇਰਾ ਬਲ ਛਲਿਆ ਗਿਆ। ਆਪਣੀ ਸੋਚ ਪੈਦਾ ਕਰ ਲਈ। ਛਲਿਓ ਬਲ ਬਾਵਨ ਭਾਇਓ, ਬਾਵਨ ਬਣ ਗਿਆ। ਬਾਵਨ ਹੁੰਦਾ ਬੀਜ ਰੂਪ, ਛੋਟਾ ਰੂਪ। ਸਾਗਰ ਤੋਂ ਬੂੰਦ ਬਣ ਗਿਆ, ਵਿਰਾਟ ਤੋਂ ਬੀਜ ਰੂਪ ਬਣ ਗਿਆ। ਅਰੇ ਇਹਨੂੰ ਭਾ ਗਿਆ ਉਹ ਰੂਪ, ਬਾਵਨ ਭਾਇਓ, ਇਹਨੂੰ ਚੰਗਾ ਲੱਗਿਆ। ਉੱਥੇ ਜਿਵੇਂ ਕੋਈ ਬੰਦਾ ਸਭਾ ਦੇ ਵਿੱਚ ਬੈਠਾ ਹੋਵੇ ਤੇ ਉਧਰੋਂ ਕੋਈ ਗੱਲ ਚੱਲਦੀ ਹੋਵੇ, ਇਧਰੋਂ ਕੋਈ ਬੰਦਾ ਆਪਣੀ ਵੀ ਗੱਲ ਕਰੇ, ਜਦੋਂ ਗੱਲ ਕਰਦਾ ਕਰਦਾ ਵਾਕਆਊਟ ਕਰ ਜਾਵੇ, ਮੈਂ ਨਹੀਂ ਤੁਹਾਡੀ ਗੱਲ ਮੰਨਦਾ। ਜਦੋਂ ਵਾਕਆਊਟ ਕਰਦਾ ਵੀ ਮੈਂ ਨਹੀਂ ਤੁਹਾਡੀ ਗੱਲ ਮੰਨਦਾ, ਉਹ ਆਪਣੇ ਆਪ ਨੂੰ ਉਸ ਵੇਲੇ ਉਹਨਾਂ ਨੂੰ ਵੱਡਾ ਮੰਨਦਾ। ਵਾਕਆਊਟ ਕਰਕੇ ਜਦੋਂ ਬਾਹਰ ਆਉਂਦਾ, ਫਿਰ ਉਹਨੂੰ ਪਤਾ ਲੱਗਦਾ ਵੀ ਮੈਂ ਤਾਂ ਕੁਝ ਵੀ ਨਹੀਂ ਆ। ਹੁਣ ਬਾਹਰ ਉਹ ਗੱਲ ਹੈ ਨਹੀਂ, ਅੰਦਰੋਂ ਕਹਿ ਬੈਠਦਾ। ਇਸੇ ਤਰ੍ਹਾਂ ਜੋਤ ਨੇ ਜਦੋਂ ਸੱਚਖੰਡ ਦੇ ਵਿੱਚੋਂ ਵਿਰੋਧ ਕੀਤਾ, ਉੱਥੇ ਸੋਚ ਪੈਦਾ ਹੋਈ ਹੈ। ਉਹ ਕਰਮ ਹੈ ਜਿਹੜੀ ਸੋਚ ਪੈਦਾ ਕਰਦੀ, ਉਹ ਕਰਮ ਇਹਨੇ ਆਪਣਾ ਪੈਦਾ ਕਰ ਲਿਆ। ਉਹ ਕਹਿੰਦੇ ਵੀ ਇੱਥੇ ਆਪਣੀ ਮਰਜ਼ੀ ਵਾਲਾ ਨਹੀਂ ਰਹਿ ਸਕਦਾ, ਇੱਥੇ ਤਾਂ ਸਵੈ ਦੀ ਇੱਛਾ ਇੱਕੋ ਹੀ ਹੋਣੀ ਚਾਹੀਦੀ। ਉਹਨਾਂ ਵਿੱਚੋਂ ਇਹ ਜੋਤ ਬਾਹਰ ਆ ਜਾਂਦੀ ਹੈ। ਸਮੁੰਦਰ ਦਾ ਪਾਣੀ ਹੈ, ਤੇ ਜਿਹੜੇ ਪਾਣੀ ਨੂੰ ਹਵਾ ਲੱਗ ਗਈ ਤੇ ਛੱਲ ਵੱਜ ਗਈ, ਉਹਨੇ ਕਿਨਾਰੇ ਤੋਂ ਬਾਹਰ ਮਾਰਿਆ, ਤੇ ਕਦੋਂ ਸਮਾਂ ਮਿਲਣਾ ਸਮੁੰਦਰ ਵਿੱਚ ਸਮਾਉਣ ਦਾ ਫਿਰ ਦੁਬਾਰਾ। ਇਸੇ ਤਰ੍ਹਾਂ ਹੀ ਜਿੰਨੀਆਂ ਵੀ ਜੋਤਾਂ ਭਾਵ ਸਾਗਰ 'ਚ ਨੇ, ਸਾਰੀਆਂ ਛੱਲੀ ਵੱਜੀ ਹੋਈ ਹੈ। ਵਿਚਾਲੇ ਭਰਮ ਆ ਗਿਆ। ਹੁਣ ਭਰਮ ਖਤਮ ਹੋਊਗਾ, ਭਰਮ ਖਤਮ ਹੁੰਦਾ ਗੁਰ ਪ੍ਰਸਾਦ ਭਰਮ ਕਾ ਨਾਸ। ਆਪਣੇ ਮੂਲ ਨੂੰ ਫੇਰ ਜਾਣਨਾ ਪਊਗਾ। ਸੋ ਉਹ ਦੁਆਪੁਰ ਹੈ। ਸਤਿਯੁਗ ਤੈ ਮਾਣਿਓ ਛਲਿਓ ਬਲ, ਬਲ ਛਲਿਆ ਗਿਆ। ਬਾਵਨ ਭਾਇਓ ਤ੍ਰੇਤਾ ਤੈ ਮਾਣਿਓ, ਹੁਣ ਤ੍ਰੇਤੇ ਦੇ ਵਿੱਚ ਆ ਗਿਆ ਇਹ। ਦੇਖੋ ਸ਼ਬਦ ਬਦਲਦਾ ਨਾਲ ਦੀ ਨਾਲ। ਤ੍ਰੇਤਾ ਤੈ ਮਾਣਿਓ, ਕਹਿੰਦੇ ਤੂੰ ਹੀ ਤ੍ਰੇਤੇ 'ਚ ਹੈ। ਰਾਮ ਰਘੁਵੰਸ਼ ਕਹਾਇਓ, ਦੇਖੋ ਰਾਮ ਬਣ ਗਿਆ, ਇਹਨੂੰ ਕਹਾਉਣਾ ਪੈ ਗਿਆ ਕੁਛ। ਕਿੱਥੇ ਰਾਜਾ ਰਾਮ ਸੀ ਤੇ ਕਿੱਥੇ ਕੱਲਾ ਰਾਮ ਰਹਿ ਗਿਆ। ਕਿੱਥੇ ਰਾਜਾ ਕਿੱਥੇ ਰਾਜਕੁਮਾਰ ਹੈ। ਭਾਵੇਂ ਹੈ ਉਹਦੀ ਉਹ ਅੰਸ਼, ਪਰ ਰਾਜਕੁਮਾਰ ਫੈਸਲਾ ਨਹੀਂ ਲੈ ਸਕਦਾ। ਸਤਿਕਾਰ ਵਾਧੂ ਹੈ ਰਾਜਕੁਮਾਰ ਦਾ, ਕੁਛ ਵੀ ਵਰਤੇ, ਕੋਈ ਰੋਕ ਟੋਕ ਨਹੀਂ, ਪਰ ਰਾਜਕੁਮਾਰ ਪਰਜਾ ਦੇ ਉੱਪਰ ਆਪਣਾ ਫੈਸਲਾ ਨਹੀਂ ਸੁਣਾ ਸਕਦਾ, ਹੁਕਮ ਨਹੀਂ ਸੁਣਾ ਸਕਦਾ। ਹੁਕਮ ਚੱਲੂ ਰਾਜੇ ਦਾ ਹੀ। ਤਾਂ ਪਾਤਸ਼ਾਹ ਨੇ ਕਿਹਾ ਕਿ ਤ੍ਰੇਤਾ ਤੈ ਮਾਣਿਓ ਰਾਮ ਰਘੁਵੰਸ਼ ਕਾ। ਰਘੁਵੰਸ਼ ਹੈ ਸਾਰਾ ਸੱਚਖੰਡ,
ਉਹਨਾਂ ਦੀ ਅੰਸ਼ਵੰਸ਼ੀ ਇਹ ਰਘੁਵੰਸ਼ ਕਹਾਇਓ, ਤੈਂ ਕਹਾ ਲਿਆ ਆਪਣੇ ਆਪ ਨੂੰ ਵੀ ਮੈਂ ਰਾਮ ਬਣ ਕੇ ਖੁਸ਼ ਹੈ। ਉਹ ਕਹਿੰਦੇ ਠੀਕ ਹੈ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਥਾਰਥ ਕੀਓ। ਦੁਆਪਰ ਚ ਵੀ ਫਿਰ ਆ ਗਿਆ ਕ੍ਰਿਸ਼ਨ। ਦੁਆਪਰ ਕ੍ਰਿਸ਼ਨ ਮੁਰਾਰ, ਕ੍ਰਿਸ਼ਨ ਆ ਗਿਆ, ਮਨ ਕਾਲਾ ਹੋ ਗਿਆ ਕਿਉਂਕਿ ਮਨ ਨੇ ਮਰਨਾ। ਰਾਮ ਨਹੀਂ ਮਰਦਾ। ਉਸ ਫਿਲਾਸਫੀ ਵਿੱਚ ਵੀ ਦਿਖਾਇਆ ਵੀ ਰਾਮਚੰਦਰ ਸਮੁੰਦਰ ਚ ਸਮਾ ਗਿਆ, ਕ੍ਰਿਸ਼ਨ ਦੀ ਡੈਥ ਦਿਖਾਈ ਹੈ। ਇੱਥੇ ਵੀ ਮਨ ਨੇ ਮਰਨਾ ਹੈ, ਰਾਮ ਸਦਾ ਹੀ ਰਹਿੰਦਾ, ਮੂਲ ਸਾਡਾ ਸਦਾ ਹੀ ਰਹਿੰਦਾ। ਜੋਤੀ ਸਦਾ ਰਹਿੰਦੀ ਹੈ, ਜੋਤ ਖਤਮ ਹੁੰਦੀ ਹੈ। ਜੋਤੀ ਜੋਤ ਰੜੀ, ਜੋਤ ਰਲ ਜਾਂਦੀ ਹੈ ਜੋਤੀ ਵਿੱਚ। ਸੰਪੂਰਨ ਥੀਆ ਰਾਮ, ਸੰਪੂਰਨ ਹੋ ਜਾਂਦਾ ਰਾਮ, ਉਹੀ ਰਾਮ ਰਾਜਾ ਬਣ ਜਾਂਦਾ। ਰਾਜਕੁਮਾਰ ਹੀ ਅੱਗੇ ਜਾ ਕੇ ਰਾਜਾ ਬਣਦਾ। ਇਸੇ ਤਰ੍ਹਾਂ ਸਾਡੀ ਜੋਤ ਹੈ ਜਿਹੜੀ, ਇਹਨੇ ਹੀ ਭਵ ਸਾਗਰ ਚੋਂ ਪਾਰ ਜਾ ਕੇ ਸੱਚਖੰਡ 'ਚ ਜਾ ਵੜਨਾ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਥਾਰਥ ਕੀਓ। ਜਿਹੜਾ ਕੰਸ ਹੈ ਉਹ ਸਾਡਾ ਮੂਲ ਹੈ। ਜਦੋਂ ਕ੍ਰਿਸ਼ਨ ਮਰਦਾ, ਜਦੋਂ ਮਨ ਮਰਦਾ, ਤਾਂ ਕੰਸ ਤੇ ਉੱਪਰ ਕਿਰਪਾ ਹੁੰਦੀ ਹੈ। ਦੇਖੋ ਇੱਥੇ ਕੀ ਸ਼ਬਦ ਨੇ, ਕੰਸ ਕਿਰਥਾਰਥ ਕੀਓ। ਜਿਹੜਾ ਬਾਹਰ ਕ੍ਰਿਸ਼ਨ ਦਾ ਮਾਮਾ ਸੀ ਉਹ ਤੋਂ ਉੱਤੇ ਕਿਰਪਾ ਥੋੜ੍ਹਾ ਕੀਤੀ ਉਹਨੇ, ਉਹਦਾ ਤਾਂ ਸਰੀਰ ਕਰਕੇ ਵੱਧ ਕੀਤਾ। ਇੱਥੇ ਕਿਰਪਾ ਹੋ ਰਹੀ ਹੈ। ਜਦੋਂ ਮਨ ਮਰਦਾ, ਜਦੋਂ ਮਾਇਆ ਦਾ ਇੱਛਾ ਮਨ ਤਿਆਗਦਾ, ਤਾਂ ਇਹ ਕਿਰਥਾਰਥ ਹੁੰਦਾ, ਕਿਰਪਾ ਹੁੰਦੀ ਹੈ, ਤੇ ਬਖਸ਼ਿਸ਼ ਹੁੰਦੀ ਹੈ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਥਾਰਥ ਕੀਓ, ਉਗਰ ਸੈਣ ਕੋ ਰਾਜ ਅਪਹਿ ਭਗਤੈ ਦੀ। ਫਿਰ ਕਹਿੰਦਾ ਉਗਰ ਸੈਣ, ਫਿਰ ਇਹਦੇ ਅੰਦਰ ਉਹ ਉੱਗਦਾ ਹੈ, ਉਹ ਨਾਮ ਰੂਪੀ ਔਖਦ ਔਸ਼ਧੀ ਤੁਰਕੀ ਬਾਣੀ, ਉਗਰ ਸੈਣ। ਅਪਹਿ ਭਗਤੈ ਜਨ, ਅਪਹਿ ਪਦ ਮਿਲ ਜਾਂਦਾ ਇਹਨੂੰ, ਇਹ ਨਿਰਭਉ ਹੋ ਜਾਂਦਾ। ਭਗਤ ਹੈ ਜਨ ਦੀ, ਭਗਤਾਂ ਨੂੰ ਮਿਲਦਾ। ਕਲਯੁਗ ਪੁਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ। ਦੇਖੋ ਹੇ ਮੇਰੇ ਮਨਾ ਪਾਤਸ਼ਾਹ ਨੇ ਕੀ ਲਿਖਿਆ, ਕਲਯੁਗ ਪੁਰਮਾਨ। ਕਹਿੰਦੇ ਆ ਜਿਹੜੀ ਕਲਪਨਾ ਦਾ ਸਮਾਂ, ਜਦੋਂ ਜੋਤ ਸਰੀਰ ਧਾਰ ਕੇ ਇਸ ਮਿਰਤ ਲੋਕ ਵਿੱਚ ਆ ਜਾਂਦੀ ਹੈ, ਭਵ ਸਾਗਰ ਵਿੱਚ ਆ ਜਾਂਦੀ ਹੈ। ਕਲਯੁਗ ਪ੍ਰਮਾਣ, ਇੱਥੇ ਆ ਕੇ ਪ੍ਰਮਾਣਤਾ ਹੁੰਦੀ ਹੈ, ਉੱਪਰ ਪ੍ਰਮਾਣਤਾ ਨਹੀਂ ਹੈ। ਇੱਥੇ ਆ ਕੇ ਪ੍ਰਮਾਣਤਾ ਹੁੰਦੀ ਹੈ। ਕਲਯੁਗ ਪ੍ਰਮਾਣ ਨਾਨਕ ਗੁਰ। ਦੇਖੇ ਮੇਰੇ ਉਹਨਾਂ ਨਾਨਕ ਹੀ ਨਾ ਗੁਰ ਸ਼ਬਦ ਲੱਗਿਆ। ਦੇਲੀ ਦੂਪ ਲੱਗਿਆ ਹੈਗਾ, ਅੰਗਦ ਜੀ ਨਾਲ ਵੀ ਉਹੀ ਲੱਗ ਗਿਆ। ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਅਮਰ ਤੋਂ ਵੀ ਉਹੀ ਕੁਛ ਕਹਾਇਆ। ਕੀ ਕਹਾਇਆ? ਸ੍ਰੀ ਗੁਰੂ ਰਾਜ ਅਬ ਚੱਲ ਅਟਲ ਆਦ ਪੁਰਖ ਪਰਮਾਰਿਓ। ਸ੍ਰੀ ਗੁਰੂ ਰਾਜ, ਇਹਨਾਂ ਗੁਰਾਂ ਨੇ ਦੱਸਿਆ ਵੀ ਜਿਹੜਾ ਸ੍ਰੀ ਗੁਰੂ ਹੈ ਉਹਦਾ ਹੀ ਰਾਜ ਸਦਾ ਚੱਲਦਾ, ਭਾਵ ਕਿ ਪਰਮੇਸ਼ਰ ਦਾ ਹੀ ਰਾਜ ਚੱਲਦਾ। ਸ੍ਰੀ ਗੁਰੂ ਪਰਮੇਸ਼ਰ ਹੈ, ਅਸੀਂ ਗੁਰ ਹਾਂ। ਸ੍ਰੀ ਗੁਰੂ ਰਾਜ ਅਟਲ, ਉਹ ਸਦਾ ਰਹਿੰਦਾ, ਪਰਮੇਸ਼ਰ ਦਾ ਸਦਾ ਹੀ ਰਹਿੰਦਾ, ਸ੍ਰਿਸ਼ਟੀ ਨਾ ਰਹੇ। ਆਦ ਪੁਰਖ ਫੁਰਮਾਏ, ਉਹ ਆਦ ਪੁਰਖ ਹੈ, ਸਭ ਤੋਂ ਪਹਿਲਾ ਪੁਰਖ ਪਰਮੇਸ਼ਰ ਹੈ, ਬਾਕੀ ਬਾਅਦ 'ਚ ਹੈ ਸਾਰਾ ਕੁਝ। ਫੁਰਮਾਇਓ ਕਹਿੰਦੇ ਉਹਨੇ ਤਾਂ ਸਾਤੋਂ ਫੁਰਮਾਇਆ। ਸਾਡੇ ਅੰਦਰ ਉਹਨੇ ਫੁਰਨਾ ਪੈਦਾ ਕੀਤਾ, ਕਹਿੰਦਾ ਬੋਲੋ। ਅਸੀਂ ਤਾਂ ਕਹਿੰਦੇ ਬੋਲੇ ਹਾਂ। ਹਾਂ ਬੁਲਾਇਆ ਬੋਲੇ ਖਸਮ ਦਾ। ਗੁਰਬਾਣੀ ਸਾਰੀ ਉਹਨਾਂ ਪੁਰਖਾਂ ਨੇ ਬੋਲ ਕੇ ਦੱਸੀ ਹੈ। ਇਹ ਸਾਰਾ ਜੀਵ ਦੀ ਹੀ ਬਾਇਓਪਿਕ ਦੱਸੀ ਗਈ ਹੈ ਗੁਰਬਾਣੀ ਦੇ, ਵੀ ਕਿੱਥੋਂ ਆਇਆ ਇਹ, ਕਿਹੜੇ ਕਿਹੜੇ ਹਾਲਾਤਾਂ ਵਿੱਚ ਲੰਘਦਾ ਆਇਆ, ਇਹ ਬੈਕ ਕਿਵੇਂ ਜਾਊਗਾ। ਸਾਨੂੰ ਬੈਕ ਵੀ ਐਂ ਜਾਣਾ ਪੈਣਾ। ਕਲਯੁਗ ਦੇ ਵਿੱਚੋਂ ਅਸੀਂ ਗਰਭ 'ਚ ਹੀ ਜਾਵਾਂਗੇ, ਗਰਭ 'ਚੋਂ ਫਿਰ ਤ੍ਰੇਤੇ 'ਚ ਜਾਵਾਂਗੇ, ਤ੍ਰੇਤੇ 'ਚੋਂ ਸੱਚਖੰਡ 'ਚ ਜਾਵਾਂਗੇ, ਸਿੱਧਾ ਨਹੀਂ ਜਾ ਸਕਦੇ।
ਹੁਣ ਕਲਪਨਾ ਦਾ ਸਮਾਂ ਸਾਡੇ ਕੋਲ, ਅਸੀਂ ਕਲਪਨਾ ਛੱਡਣੀ ਹੈ। ਜਿਹੋ ਜੀ ਅਸੀਂ ਬੱਚਾ ਮਾਤਾ ਦੇ ਗਰਭ 'ਚ ਹੁੰਦਾ ਉਹ ਜੀ ਸਾਡੀ ਅਵਸਥਾ ਬਣ ਜਾਣੀ। ਤੇ ਜਦੋਂ ਉਹ ਅਵਸਥਾ ਸਾਡੀ ਪੂਰੀ ਹੈ ਇਸ ਭਵਸਾਗਰ ਦੇ ਅੰਦਰ, ਜਦੋਂ ਸਰੀਰ ਛੱਡੂਗੀ ਜੋਤ, ਇਹ ਤ੍ਰੇਤੇ ਚਲੇ ਜਾਣੀ ਹੈ। ਤ੍ਰੇਤੇ ਜਿਹਦੇ ਤਰੇੜ ਨਹੀਂ ਹੋਣੀ, ਫਿਰ ਇਹ ਸ਼ੁੱਧ ਹੋ ਕੇ ਜਾਊਗੀ ਤੇ ਤ੍ਰੇਤਾ ਖਤਮ ਹੈ। ਫਿਰ ਕਹਾਂ ਸਤਯੁਗ ਦੇ ਵਿੱਚ, ਸਤਯੁਗ ਸਦਾ ਹੀ ਰਹਿੰਦਾ ਹੈ। ਹੁਣ ਵੀ ਹੈਗਾ ਸਤਯੁਗ, ਤਾਂ ਹਿਰਦਾ ਹੈ ਨਹੀਂ, ਜੋਤੀ ਹੈ ਨਹੀਂ ਇੱਥੇ। ਜੋਤੀ ਨੂੰ ਭਰਮ ਹੈ, ਜਿੰਨਾ ਚਿਰ ਭਰਮ ਚ ਹੈ ਉਨਾ ਚਿਰ ਫਿਰ ਤ੍ਰੇਤਾ, ਦੁਆਪਰ ਤੇ ਕਲਯੁਗ ਹੈ। ਜਦੋਂ ਭਰਮ ਖਤਮ ਹੈ ਫਿਰ ਸਤਯੁਗ ਹੈ। ਸੋ ਇਹ ਗੁਰਮਤਿ ਦੇ 4 ਯੁੱਗ ਨੇ। ਸੋ ਸੱਚਖੰਡ ਸਦਾ ਹੀ ਰਹਿੰਦਾ। ਪੁਰਾਣਾ ਸ਼ਾਸਤਰਾਂ ਵਿੱਚ ਲਿਖੇ ਨੇ 4 ਯੁੱਗ, ਇਸ ਕਰਕੇ ਪਾਤਸ਼ਾਹ ਨੇ ਉਹਨਾਂ ਵਾਲੇ ਯੁੱਗ ਮੰਨ ਲਏ ਵੀ ਚਲੋ ਤੁਹਾਡੇ ਵਾਲੇ ਯੁੱਗ ਹੀ ਅਸੀਂ ਮੰਨ ਲੈਂਦੇ ਹਾਂ, ਪਰ ਸਾਡੇ ਵਾਲੇ 4 ਯੁੱਗ ਨਹੀਂ ਹੈ ਵੀ ਤੁਹਾਡੀ ਇੰਨੀ ਉਮਰ ਵੀ ਹੋਵੇ। ਫਿਰ ਨਵਾਂ ਖੰਡਾਂ ਵਿੱਚ ਜਾਣੀ ਹੈ, ਤੁਹਾਨੂੰ 9 ਖੰਡਾਂ 'ਚ ਵੀ ਕੋਈ ਜਾਣਦਾ ਹੋਵੇ, ਫਿਰ ਵੀ ਕੁਝ ਨਹੀਂ ਕਰ ਸਕਦੇ। ਇੱਕ ਵਚਨ ਆਉਂਦਾ ਹੈ 939 ਅੰਗ ਦੇ ਉੱਪਰ ਵੀ, ਕਵਨ ਸੋ ਗੁਪਤਾ ਕਵਨ ਸੋ ਮੁਕਤਾ, ਘਟ ਘਟ ਗੁਪਤਾ ਗੁਰਮੁਖ ਮੁਕਤਾ। ਕਵਨ ਸੋ ਗੁਪਤਾ, ਵੀ ਗੁਪਤ ਕੌਣ ਹੈ? ਕਵਨ ਸੋ ਮੁਕਤਾ, ਤੇ ਮੁਕਤ ਕੌਣ ਹੈ? ਕਹਿੰਦੇ ਘਟ ਘਟ ਗੁਪਤਾ। ਘਟ ਘਟ ਦੇ ਅੰਦਰ ਹੀ ਗੁਪਤ ਹੈ, ਹਰ ਇੱਕ ਦੇ ਅੰਦਰ ਹੁਕਮ ਹੈ, ਜੋਤੀ ਹੈ। ਗੁਰਮੁਖ ਮੁਕਤਾ, ਪਰ ਜਿਹੜੀ ਜੋਤੀ, ਜਿਹੜੀ ਮੁੱਖ ਹੈ, ਸ੍ਰੇਸ਼ਟ ਹੈ, ਉਹ ਗੁਰ ਲੈ ਲੈਂਦੀ ਹੈ, ਸੁਗਿਆਨ ਲੈ ਲੈਂਦੀ, ਉਹ ਮੁਕਤ ਹੋ ਜਾਂਦੀ ਹੈ। ਗੁਪਤਾ ਸਾਡਾ ਮੂਲ ਹੀ ਹੈ। ਜਿਹਨੇ ਆਪਣੇ ਮੂਲ ਬਾਰੇ ਬੁੱਝ ਲਿਆ, ਉਸ ਨੂੰ ਜਿਹੜੇ ਅਸਲੀ ਯੁੱਗ ਨੇ ਉਹਨਾਂ ਦੀ ਸੋਝੀ ਆ ਜਾਂਦੀ ਹੈ। ਪਹਿਲਾਂ 2 ਪਦਾਰਥ ਲੈਣੇ ਪੈਂਦੇ ਆ, ਜਿਵੇਂ 4 ਯੁੱਗ ਨੇ ਤੇ 4 ਪਦਾਰਥ ਨੇ। ਸਾਡੇ ਜਿਹੜੇ 4 ਪਦਾਰਥ ਪ੍ਰਚਲਿਤ ਨੇ ਉਹ ਹੈਗੇ ਅਰਥ, ਧਰਮ, ਕਾਮ, ਮੋਖ। ਪਰ ਜਿਹੜੇ ਗੁਰਮਤਿ ਦੇ 4 ਪਦਾਰਥ ਨੇ ਉਹ ਹੋਰ ਨੇ। ਉਹਨਾਂ ਦੀ ਸੋਝੀ ਤਕਰੀਬਨ ਮੈਂ ਜਿੱਥੋਂ ਤੱਕ ਸੁਣਿਆ ਪੜ੍ਹਿਆ, ਉਹ ਅੱਜ ਸਾਡੇ ਜਿਹੜੇ ਧਰਤੀ ਦੇ ਉੱਪਰ ਸਿੱਖ ਮੱਤ ਦੇ ਵਿੱਚ ਵੱਡੇ ਵੱਡੇ ਬ੍ਰਹਮ ਗਿਆਨੀ ਵੀ ਕਹਾਉਂਦੇ ਨੇ ਜਾਂ ਵਿਦਵਾਨ ਵੀ ਕਹਾਉਂਦੇ ਨੇ, ਉਹਨਾਂ ਨੂੰ ਵੀ ਨਹੀਂ ਪਤਾ ਵੀ ਉਹ 4 ਯੁੱਗ ਕਿਹੜੇ, ਉਹ 4 ਪਦਾਰਥ ਕਿਹੜੇ। ਜਦੋਂ ਵੀ ਉਹ ਆਪਣੀ ਵਿਖਿਆਨ 'ਚ ਗੱਲ ਕਰਦੇ, ਉਹ ਉਹਨੇ 4 ਯੁੱਗਾਂ ਦਾ ਵਿਖਿਆਨ ਕਰਦੇ ਆ ਜਿਹੜੇ ਸਨਾਤਨ ਮੱਤ ਵਾਲੇ ਆ। ਉਹ 4 ਪਦਾਰਥ ਉਹੀ ਗਿਣਦੇ ਜਿਹੜੇ ਸਨਾਤਨ ਮੱਤ ਵਾਲੇ। ਉਹ ਗੁਰਮਤਿ ਦੇ 4 ਪਦਾਰਥ ਨਹੀਂ ਦੱਸਦੇ। ਜਿਹਨੂੰ ਮਰਜ਼ੀ ਤੁਸੀਂ ਪੁੱਛ ਕੇ ਦੇਖ ਲਓ, ਉਹ ਇਹੀ ਕਹਿਣਗੇ ਜੀ ਸਤਯੁਗ ਦੇ ਵਿੱਚ ਉਦੋਂ 7 ਸੀਗੇ, ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਝੂਠ ਬੋਲਿਆ ਤੇ ਫਿਰ ਜੀ ਯੁੱਗ ਬਦਲ ਗਿਆ। ਯੁੱਗ ਬਦਲ ਕੇ ਵੀ ਰਾਮਚੰਦਰ ਆ ਗਿਆ। ਕਿ ਜਾਂ ਤਾਂ ਰਾਮਚੰਦਰ ਵੀ ਪਹਿਲੇ ਦਿਨ ਤੋਂ ਸ਼ੁਰੂ ਹੁੰਦਾ। ਰਾਮਚੰਦਰ ਤੋਂ ਬਿਨਾਂ ਹੋਰ ਵੀ ਤਾਂ ਦੁਨੀਆ ਬਹੁਤ ਸੀਗੀ। ਫਿਰ ਰਾਮਚੰਦਰ ਜੀ ਤੋਂ ਬਾਅਦ ਜੀ ਉਦੋਂ ਫਿਰ ਸਾਰੇ ਜਦੋਂ ਕਹਿੰਦੇ ਝੂਠ ਬੋਲਣ ਲੱਗ ਗਏ, ਫਿਰ ਉਹਨਾਂ ਨੂੰ ਸਜ਼ਾ ਮਿਲਣ ਲੱਗ ਗਈ। ਫਿਰ ਉਹ ਜੋ ਕ੍ਰਿਸ਼ਨ ਉਹ ਨਹੀਂ ਆ ਗਏ, ਫਿਰ ਜੀ ਦੁਆਪਰ ਯੁੱਗ ਹੋ ਗਿਆ ਜੀ। ਇਸ ਤਰ੍ਹਾਂ ਦੀ ਕਥਾ ਕਹਾਣੀਆਂ ਬਣਾ ਕੇ ਲੋਕਾਂ ਨੂੰ ਸੁਣਾਤੀਆਂ। ਪਰ ਜਦੋਂ ਆ ਕੇ ਕਬੀਰ ਸਾਹਿਬ ਨੇ ਆ ਕੇ ਜਾਂ ਆਪਣੇ ਧਰੂ ਜੀ ਨੇ ਆ ਕੇ ਆਪਣੇ ਅੰਦਰੋਂ ਸ਼ਬਦ ਗੁਰੂ ਪ੍ਰਗਟ ਕਰਿਆ, ਤਾਂ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਸਾਰਾ ਕੁਝ ਝੂਠ ਬੋਲਦੇ, ਏਕਣ ਤਾਂ ਹੈ ਹੀ ਨਹੀਂਗਾ। ਉਹਨਾਂ ਨੇ ਜਦੋਂ ਸੱਚ ਦੀ ਗੱਲ ਕੀਤੀ ਤਾਂ ਫਿਰ ਉਹ ਜਿਹੜੇ ਧਰਮ ਦੇ ਆਗੂ ਸੀਗੇ ਉਹਨਾਂ ਨੂੰ ਤਕਲੀਫ ਹੋਈ। ਉਹ ਕਹਿੰਦੇ ਵੀ ਇਹ ਕੱਲ ਦਾ ਜਵਾਕ ਹੈ ਤਾਂ ਸਾਡਾ ਸਾਰਾ ਕੁਝ ਹੀ ਰੱਦ ਕਰਦਾ। ਉਹਨਾਂ ਨੇ ਫਿਰ ਸਜ਼ਾਵਾਂ ਵੀ ਦਿੱਤੀਆਂ। ਕਬੀਰ ਸਾਹਿਬ ਨੇ ਆ ਕੇ ਸੱਚ ਬੋਲਿਆ, ਕਬੀਰ ਸਾਹਿਬ ਨੂੰ ਵੀ ਦਿੱਤੀਆਂ, ਔਰ ਦੇਣੀਆਂ ਵੀ ਚਾਹੀਦੀਆਂ ਨੇ। ਇਹ ਵੀ ਜ਼ਰੂਰੀ ਹੈ, ਕਿਉਂਕਿ ਫੇਰ ਹੀ ਪਤਾ ਲੱਗੂਗਾ ਨਾ ਵੀ ਕਿਹੜਾ ਸੂਰਮ ਹੈ। ਜੇ ਜੰਗ ਹੀ ਨਹੀਂ ਲੱਗਿਆ, ਜੰਗ ਦੇ ਵਿੱਚ ਲੜਾਈ ਉਹ ਨਹੀਂ ਹੋ ਰਹੀ, ਫੇਰ ਕਿਵੇਂ ਪਤਾ ਲੱਗੂ ਵੀ ਸੂਰਮਾ ਕੌਣ ਹੈ। ਜੇ ਖੁਰਾਕ ਖਾਧੀ ਹੈ ਫੇਰ ਹੀ ਪਤਾ ਲੱਗੂ, ਘੋੜੇ ਦੇ ਪਤਾ ਲੱਗੂ ਨਾ ਵੀ ਕਿਹੜਾ ਜਿੱਤਦਾ ਕਿਹੜਾ ਹਾਰਦਾ। ਐਵੇਂ ਨਹੀਂ ਪਤਾ ਲੱਗਦਾ। ਇਸੇ ਕਰਕੇ ਗੁਰੂ ਨਾਨਕ ਸਾਹਿਬ ਸ਼ੇਰ ਵਾਂਗੂ ਬੁੱਕਦੇ ਸੀ ਵੀ ਆਓ ਮੈਦਾਨ 'ਚ ਬੈਠੋ, ਕਰੋ ਗਿਆਨ ਚਰਚਾ, ਲਿਆਓ ਤੁਸੀਂ ਵੀ ਆਪਣੇ ਧਰਮ ਦੇ ਜਿਹੜੇ ਗ੍ਰੰਥ ਨੇ ਬਿਠਾਓ। ਅੱਜ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਭਗਤ ਪ੍ਰਗਟ ਹੋਣਾ, ਥੋੜਾ ਹੀ ਸਮਾਂ ਹੋ ਜਾਣਾ, ਉਹਨੇ ਵੀ ਆ ਕੇ ਸਾਨੂੰ ਸਾਡੀ ਗੁਰਬਾਣੀ ਅੱਗੇ ਰੱਖਣੀ ਵੀ ਆ ਲਿਆਓ ਗੁਰਬਾਣੀ। ਤੁਸੀਂ ਮੰਨਦੇ ਹੋ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਅਸੀਂ ਆਪ ਇਹੀ ਕਹਾਂਗੇ ਵੀ ਹਾਂਜੀ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ, ਸਾਡਾ ਤਾਂ ਇਹ ਗੁਰੂ ਹੈ।
ਅਸੀਂ ਕਿਸੇ ਨੂੰ ਨਹੀਂ ਮੰਨਦੇ ਹੋਰ। ਉਹ ਕਹਿੰਦੇ ਬਹੁਤ ਚੰਗੀ ਗੱਲ ਆ ਬਈ, ਪਰ ਗੁਰੂ ਗ੍ਰੰਥ ਸਾਹਿਬ ਤਾਂ ਤੁਹਾਡਾ ਇਹ ਗੱਲ ਕਹਿੰਦਾ ਵੀ ਝੂਠ ਨਹੀਂ ਬੋਲਣਾ ਚਾਹੀਦਾ। ਹੁਣ ਇੱਧਰ ਆ ਜਾਓ ਵੀ ਜਿਹੜੇ ਜਿਹੜੇ ਸੱਚ ਬੋਲਦੇ ਆ, ਫਿਰ ਕੋਈ ਵੀ ਨਹੀਂ ਨਿਕਲਣਾ। ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦਾ ਪਰਕਾ ਬੁਰਾ ਨਾ ਰੱਖੋ, ਚੀਤ ਕਿਸੇ ਦਾ ਬੁਰਾ ਨਹੀਂ ਰੱਖਣਾ ਚਾਹੀਦਾ ਚਿੱਤ ਦੇ ਅੰਦਰ। ਇੱਧਰ ਆ ਜਾਓ ਭਾਈ, ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦਾ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣਿਆਈ। ਤੁਸੀਂ ਭਾਈ ਇੱਧਰ ਆਓ, ਤੁਸੀਂ ਤਾਂ ਕੌਮ ਖੜੀ ਕਰੀ ਬੈਠੇ ਹੋ। ਤੁਸੀਂ ਤਾਂ ਕਹਿੰਦੇ ਅਸੀਂ ਸਿੱਖ ਹਾਂ, ਅਸੀਂ ਵੱਖਰੇ ਹਾਂ ਸਭ ਤੋਂ। ਨੌ ਤੁਸੀਂ ਗੁਰੂ ਸਾਹਿਬ ਦਾ ਲੈ ਦਿੰਦੇ ਵੀ ਸਾਨੂੰ ਗੁਰੂ ਸਾਹਿਬ ਨੇ ਵੱਖਰੇ ਕੀਤਾ। ਫਿਰ ਜਿਹੜੇ ਅੱਜ ਸਿੱਖ ਕਹਾਉਂਦੇ ਨੇ ਉਹਦਾ ਵਿਰੋਧ ਕਰਨਗੇ, ਜਿਵੇਂ ਉਸ ਵੇਲੇ ਭਗਤਾਂ ਦਾ ਵਿਰੋਧ ਪੰਡਤਾਂ ਨੇ ਕੀਤਾ, ਜੋਗੀ ਨੇ ਕੀਤਾ, ਮੁੱਲਾ ਨੇ ਕੀਤਾ, ਕਾਜੀ ਨੇ ਕੀਤਾ। ਜਿਹੜਾ ਹੁਣ ਭਗਤ ਪ੍ਰਗਟ ਹੋਊਗਾ ਉਹਦਾ ਵਿਰੋਧ ਕਰਨਗੇ ਸੰਤ, ਬਾਬੇ, ਸਾਧੂ, ਬ੍ਰਹਮ ਗਿਆਨੀ, ਪਤਾ ਨਹੀਂ ਕੀ। ਕਿਉਂਕਿ ਉਹਨੇ ਵੀ ਗੁਰਬਾਣੀ ਅੱਗੇ ਰੱਖਣੀ ਹੈ। ਜਦੋਂ ਪਾਤਸ਼ਾਹੀਆਂ ਸੀ ਜਾਂ ਭਗਤ ਸੀ, ਇਹਨਾਂ ਨੇ ਵੀ ਉਹਨਾਂ ਦੇ ਧਰਮ ਦੇ ਗ੍ਰੰਥ ਅੱਗੇ ਰੱਖੇ ਵੀ ਲਿਆਓ ਭਾਈ। ਤਾਂ ਹੀ ਪੰਜਵੇਂ ਪਾਤਸ਼ਾਹ ਕਹਿੰਦੇ ਨਾ ਸੋਧੇ ਸਿਮਰਤ ਸਾਤਰ ਸਗਲ, ਕਹਿੰਦੇ ਅਸੀਂ ਤੁਹਾਡਾ ਸਾਰਾ ਕੁਝ ਸੋਧ ਕੀਤਾ। ਇਹਦਾ ਮਤਲਬ ਇਹ 'ਚ ਕਮੀ ਸੀ ਕੁਝ। ਅੱਜ ਸਾਡੇ ਕੋਲ ਗੁਰਬਾਣੀ ਹੈ, ਗੁਰਬਾਣੀ 'ਚ ਕੋਈ ਕਮੀ ਨਹੀਂ, ਪਰ ਜਿਹੜੇ ਗੁਰਬਾਣੀ ਦੇ ਪੈਰਲਲ, ਗੁਰਬਾਣੀ ਦੇ ਨਾਲ ਗ੍ਰੰਥ ਲਿਖੇ ਗਏ ਉਹਨਾਂ 'ਚ ਕਮੀਆਂ ਨੇ। ਉਹ ਗੁਰਬਾਣੀ ਨੂੰ ਢਾਹ ਲਾਉਂਦੇ ਆ ਗ੍ਰੰਥ। ਇਸੇ ਕਰਕੇ ਉਹਨਾਂ ਗ੍ਰੰਥਾਂ ਦਾ ਪ੍ਰਚਾਰ ਜ਼ਿਆਦਾ ਕਰਿਆ ਗਿਆ, ਗੁਰਬਾਣੀ ਤੋਂ ਰੋਕਾਂ ਲਾਈਆਂ ਗਈਆਂ ਤੇ ਲੋਕ ਗੁਰਬਾਣੀ ਤੋਂ ਭੈ ਖਾਣ ਲੱਗ ਗਏ। ਜਿਹੜੀ ਚੀਜ਼ ਨਾਲ ਪ੍ਰੇਮ ਕਰਨਾ ਸੀ ਲੋਕ ਉਹ ਤੋਂ ਡਰਨ ਲੱਗ ਗਏ, ਜਿਹੜੀ ਚੀਜ਼ ਤੋਂ ਡਰਨਾ ਸੀ ਉਹਦੇ ਨਾਲ ਪ੍ਰੇਮ ਹੋ ਗਿਆ। ਹਾਲਾਂਕਿ ਲੋਕਾਂ ਦੇ ਅੰਦਰ ਚਾਹ ਪੈਦਾ ਕਰਦੇ ਵੀ ਇਹ ਜਿਹੜੀ ਗੁਰਬਾਣੀ ਹੈ ਤੁਹਾਡਾ ਆਪਣਾ ਜੀਵਨ ਹੈ, ਤੁਸੀਂ ਇਹਨੂੰ ਕਿਸੇ ਵੇਲੇ ਵੀ ਵਿਚਾਰ ਸਕਦੇ ਹੋ। ਇਹਨੂੰ ਪੜ੍ਹੋ ਘੱਟ, ਇਹਨੂੰ ਵਿਚਾਰੋ ਜ਼ਿਆਦਾ। ਵਿਚਾਰ ਕੇ ਇਹਦੇ ਤੇ ਭਰੋਸਾ ਕਰੋ, ਅਮਲ ਕਰੋ, ਫਿਰ ਵੇਖਿਓ ਜੀਵਨ ਬਦਲਦੇ। ਪਰ ਉਸ ਗੱਲ ਤੋਂ ਤਾਂ ਰੋਕ ਲਾਈ ਗਈ, ਵਿਚਾਰ ਤੋਂ ਰੋਕਿਆ ਗਿਆ। ਪਹਿਲਾਂ ਪੰਡਤ ਰੋਕਦਾ ਸੀ, ਹੁਣ ਸਾਡੇ ਰੋਕੀ ਜਾਂਦੇ ਆ। ਸੋ ਪਾਤਸ਼ਾਹ ਕਹਿੰਦੇ ਜੇ ਜੁਗ ਚਾਰੇ ਆਰ ਜਾ, ਹੋਰ ਜੋ ਸੋਹਣੀ ਹੋਏ ਵੀ ਜੇ ਤੋਂ ਵੱਧ ਵੀ ਤੁਹਾਡੀ ਹੋ ਜਾਵੇ ਤਾਂ ਫਿਰ ਕੀ ਕਰ ਲਓਗੇ। ਸੋ ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਈ।